ਸ਼ਲੋਕ ਜੋਰ ਜ਼ੁਲਮ ਫੂਲੇ ਘਨੋ ਕਾਜੀ ਦੇ ਵਿਕਾਰ ਅਹੰ ਬੁੱਧ ਬੰਧਨ ਪਰੇ ਨਾਨਕ ਨਾਮ ਛੁਟਾਰ। ਪੌੜੀ ਜਜਾ ਜਾਨੈ ਹਉ ਕਛ ਹੁਆ ਬਾਧਿਓ ਜਿਉ ਨਲਨੀ ਭ੍ਰਮ ਸੂਆ। ਜੋ ਜਾਨੈ ਹਉ ਭਗਤ ਗਿਆਨੀ ਆਗੈ ਠਾਕੁਰ ਤਿਲ ਨਹੀਂ ਮਾਨੀ। ਜੋ ਜਾਨੈ ਮੈਂ ਕਥਨੀ ਕਰਤਾ ਵਿਆਪਾਰੀ ਬਸੁਦਾ ਜਿਉ ਫਿਰਤਾ। ਸਾਧ ਸੰਗ ਜੈ ਹਉਮੈ ਮਾਰੀ ਨਾਨਕ ਤਾਂ ਕੋ ਮਿਲੇ ਮੁਰਾਰੀ। ਸਾਧ ਸੰਗ ਜੈ ਹਉਮੈ ਮਾਰੀ ਨਾਨਕ ਤਾਂ ਕੋ ਮਿਲੇ ਮੁਰਾਰੀ। ਨਾਨਕ ਤਾਂ ਕੋ ਮਿਲੇ ਮੁਰਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੀ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਹਜ਼ੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਮੁਕੱਦਸ ਗੋਦ ਅੰਦਰ ਢਲਦੀ ਸ਼ਾਮ ਦੇ ਨਾਲ ਅਸੀਂ ਸਾਰੇ ਗੁਰੂ ਦਰਬਾਰ ਵਿੱਚ ਪੁੱਜੇ ਹਾਂ। ਸਾਹਿਬਾਂ ਦੇ ਬਖਸ਼ਿਸ਼ ਹੋਏ ਜਮਾਤੀ ਨਿਤਨੇਮ, ਜਿਹਨੂੰ ਅਸੀਂ ਰਹਿਰਾਸ ਸਾਹਿਬ ਦਾ ਪਾਠ ਆਖਦੇ ਹਾਂ, ਭਾਈ ਸਾਹਿਬ ਪਾਸੋਂ ਸਰਵਣ ਕੀਤਾ ਹੈ ਰੋਜ਼ਾਨਾ ਅਰਦਾਸ ਹੁਕਮਨਾਮਾ। ਗੁਰੂ ਬਾਬਾ ਕਿਰਪਾ ਕਰੇ ਨਾ ਸ਼ਬਦਾਂ ਤੋਂ ਬੋਲਾਂ ਤੋਂ ਸਾਡੇ ਮਨ ਦੀ ਇਕਾਗਰਤਾ ਬਣ ਸਕੇ। ਸੋ ਲੜੀਵਾਰ ਸ਼ਬਦ ਵਿਚਾਰ ਦੇ ਵਿੱਚ ਅਸੀਂ ਅਗਲੇਰਾ ਸ਼ਲੋਕ ਤੇ ਪੌੜੀ ਸਰਵਣ ਕੀਤਾ ਹੈ। ਸੋ ਆਪਾਂ ਜਿੰਨੇ ਕੁ ਹਾਜ਼ਰੀਨ ਹਾਜ਼ਰ ਬੈਠੇ ਹਾਂ, ਇਸ ਖਾਕਸਰ ਨੂੰ ਕੁਝ ਕਹਿਣ ਦੀ ਇਜਾਜ਼ਤ ਦਿੰਦੇ ਹੋਏ ਅਸੀਂ ਗੁਰੂ ਚਰਨਾਂ ਵਿੱਚ ਇੱਕ ਵਾਰ ਰਸਨਾ ਪਵਿੱਤਰ ਕਰੀਏ। ਸਾਰੇ ਆਖੋ ਜੀ ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਮਹਾਰਾਜ। ਅਗਲਾ ਅੱਖਰ ਜਿਹੜਾ ਹੈ ਜੱਜਾ, ਕੱਲ ਛੱਛਾ ਸੀ, ਅੱਜ ਜੱਜਾ ਹੈ। ਸਾਹਿਬ ਮਹਾਰਾਜ ਕਹਿੰਦੇ ਜੋਰ ਜ਼ੁਲਮ ਫੂਲੇ ਘਨੋ ਕਾਚੀ ਦੇ ਵਿਕਾਰ। ਕੱਲ ਵੀ ਸ਼ਾਇਦ ਅਸੀਂ ਇਹਦੇ ਛਾਰ ਦਾ ਸ਼ਬਦ ਪੜ੍ਹਨਾ ਕੀਤਾ ਸੀ ਵੀ ਸਰੀਰ ਤਾਂ ਨਾਸ਼ ਹੈ, ਪਰ ਇਹ ਵੀ ਸ਼ਰਤ ਹੈ, ਇਹ ਵੀ ਸੱਚ ਹੈ ਕਿ ਸਰੀਰ ਦੇ ਨਾਲ ਹੀ ਵਾਹਿਗੁਰੂ ਮਿਲਿਆ ਜਾ ਸਕਦਾ ਹੈ।
पई प्राप्त मानुख देवरिया। ये देवरी मिली ही परमेश्वर नूं मिलण वास्ते है। ਉਹਦੇ ਤੋਂ ਬਿਨਾਂ ਅਸੀਂ ਜਿਵੇਂ ਕਹਿੰਦੇ ਹਾਂ ਪਰਮੇਸ਼ਰ ਨੂੰ ਨਹੀਂ ਮਿਲ ਸਕਦੇ। ਦੇਹਰੀ ਮਨੁੱਖਾ ਦੇ ਪਰ ਗੁਰੂ ਬਾਬਾ ਜੀ ਕਹਿੰਦੇ ਇਸ ਸਰੀਰ ਨੂੰ ਸਤ ਨਹੀਂ ਸਮਝਣਾ। ਇਹ ਤਾਂ ਛਾਰ ਹੈ, ਇਹ ਤਾਂ ਮਿੱਟੀ ਹੈ। ਅਨੰਤਾਂ ਹੀ ਉਦਾਹਰਣਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਪੂ ਨੇ ਬਖਸ਼ਿਸ਼ ਕੀਤੀਆਂ ਨੇ ਕਿ ਬੰਦੇ ਨੂੰ ਸਮਝ ਪੈ ਜੇ ਵੀ ਇਹ ਸਰੀਰ ਮਿੱਟੀ ਹੈ। ਹਾਂ, ਪਰ ਇਸ ਸਰੀਰ ਦੇ ਰਾਹੀਂ ਹੀ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੈ। ਸੁਰਤ ਕਰਕੇ ਇਹਦੇ ਵਿੱਚ ਜੀਵਨ ਹੈ, ਤੇ ਜੀਵਨ ਹੈ ਇਹਦੀ ਕੀਮਤ ਵੀ ਹੈ। ਮਹਾਰਾਜ ਕਹਿੰਦੇ ਜਿੰਨਾ ਚਿਰ ਇਹਦੇ ਵਿੱਚ ਕੰਤ ਬੈਠਾ ਹੈ ਉਹਨਾਂ ਚਿਰ ਸਾਰੇ ਨੂੰ ਜੀ ਜੀ ਕਹਿੰਦੇ ਨੇ। ਇਸ ਸਰੀਰ ਦੇ ਅੰਦਰ ਜਦੋਂ ਕੰਤ ਕਿਤੇ ਨੂੰ ਛੱਡ ਜਾਂਦਾ ਹੈ ਫਿਰ ਇਹਦੀ ਕੋਈ ਬਾਤ ਵੀ ਨਹੀਂ ਪੁੱਛਦਾ। ਜਾਂ ਉੱਠ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਕੋਈ ਬਾਤ ਹੀ ਨਹੀਂ ਪੁੱਛਦਾ, ਇਹਦੀ ਗੱਲ ਹੀ ਨਹੀਂ ਸੁਣਦਾ ਕੋਈ। ਇਹਦਾ ਮਤਲਬ ਕੰਤ ਕਰਕੇ ਹੈ। ਕੰਤ ਕੀ ਹੈ? ਸਾਡੇ ਅੰਦਰ ਪਰਮੇਸ਼ਰ ਦੀ ਜਿਹੜੀ ਜੋਤ ਹੈ, ਇਹਨੂੰ ਸੁਰਤ ਕਹਿ ਲਈਏ, ਇਹਨੂੰ ਅਸੀਂ ਰੂਹ ਕਹਿ ਲਈਏ, ਇਹਨੂੰ ਜੋਤ ਕਹਿ ਲਈਏ, ਇਹਨੂੰ ਮਨ ਕਹਿ ਲਈਏ। ਤਾਂ ਗੁਰੂ ਬਾਬਾ ਜੀ ਕਹਿੰਦੇ ਇਹ ਸਰੀਰ ਨਾਲ ਨਹੀਂ ਜੁੜਨਾ। ਸਰੀਰ ਦੇ ਚਲਾਉਣ ਵਾਲੇ ਨੇ ਪਰਮੇਸ਼ਰ ਨਾਲ ਜੁੜਨਾ ਹੈ। ਇਹਦੀ ਖੋਜ ਸੀ। ਪਰ ਇਹ ਜਿਹੜਾ ਜੀਵ ਅੰਦਰ ਬੈਠਾ ਹੈ ਤੇ ਬਾਬਾ ਜੀ ਕਹਿੰਦਾ ਇਹ ਸਰੀਰ ਦੇ ਵਿੱਚ ਰਹਿ ਕੇ ਕਹਿੰਦਾ ਵੀ ਬਸ ਜੋ ਕੁਝ ਹੋ ਗਿਆ ਮੈਂ ਹੀ ਬਣ ਗਿਆ। ਬੰਦਾ ਇਹਦੇ ਤੇ ਮਾਣ ਕਰਦਾ ਹੈ, ਸਰੀਰ ਦਾ, ਜੋਬਨ ਦਾ, ਅਹੁਦੇ ਦਾ, ਸਤਾ ਦਾ, ਤਾਕਤ ਦਾ, ਬਲ ਦਾ, ਇਹਨਾਂ ਦਾ ਮਾਣ ਕਰਦਾ। ਇਹਦੇ ਵਿੱਚੋਂ ਈਗੋ ਪ੍ਰਗਟ ਹੁੰਦੀ ਹੈ, ਹੰਕਾਰ ਪ੍ਰਗਟ ਹੁੰਦਾ ਹੈ। ਤੇ ਜਦੋਂ ਹੰਕਾਰ ਹੀ ਹੋ ਗਿਆ, ਆਪਣੀ ਤਾਕਤ ਦਾ, ਆਪਣੇ ਅਹੁਦੇ ਦਾ, ਆਪਣੇ ਜੋਬਨ ਦਾ, ਕਿਸੇ ਚੀਜ਼ ਦਾ ਹੋ ਜਾਏ, ਬਾਬਾ ਜੀ ਉਹਨਾਂ ਨੇ ਨਿਖਾਰ ਕੇ ਗੱਲ ਕਹਿ ਦਿੱਤੀ ਵੀ ਉਹ ਬੰਦਾ ਪਰਮੇਸ਼ਰ ਨਾਲ ਮਿਲ ਨਹੀਂ ਸਕਦਾ। ਕਿਉਂਕਿ ਹਰ ਜੀ ਹੰਕਾਰ ਨਾ ਭਾਵੇ। ਅਹੰਕਾਰ ਜਿਹੜੀ ਦੀਵਾਰ ਸਭ ਤੋਂ ਵੱਡੀ ਬੰਦੇ ਅੰਦਰ ਹੰਕਾਰ ਹੈ। ਉਹ ਹੰਕਾਰ ਕਿਹਦੇ ਵਿੱਚੋਂ ਪ੍ਰਗਟ ਹੁੰਦਾ ਹੈ? ਉਹ ਮੈਂ ਚੋਂ ਪ੍ਰਗਟ ਹੁੰਦਾ ਹੈ, ਉਹ ਹਉਮੈ ਚੋਂ ਪ੍ਰਗਟ ਹੁੰਦਾ ਹੈ, ਉਹ ਈਗੋ ਚੋਂ ਪ੍ਰਗਟ ਹੁੰਦਾ ਹੈ। ਮੈਂ ਹੋਰ ਕੀ ਹੈ? ਹੋਰ ਕੀ? ਇਹੀ ਮੈਂ ਹਉਮੈ ਆ। ਇਹਨੂੰ ਕੂੜ ਦੀ ਕੰਧ ਕਹਿੰਦੇ ਨੇ। ਕੂੜ ਮੈਂ ਹੈ, ਝੂਠ ਮੈਂ ਹੈ, ਇਹਨੂੰ ਹੀ ਹਉਮੈ ਕਹਿੰਦੇ ਨੇ। ਇਹ ਟੁੱਟਦੀ ਨਹੀਂ, ਇਸ ਕਰਕੇ ਰੱਬ ਤੋਂ ਦੂਰ ਹੈ। ਤਾਂ ਗੁਰੂ ਬਾਬਾ ਜੀ ਕਹਿੰਦੇ ਇਹ ਆਪਦੇ ਆਪ ਨੂੰ ਫਿਰ ਹਉਮੈ ਵਿੱਚ ਆ ਕੇ ਜੋ ਕੁਝ ਕਰਦਾ ਹੈ, ਫਿਰ ਬੜਾ ਜਿਹੜਾ ਜੀਵ ਪਰਮੇਸ਼ਰ ਤੋਂ ਦੂਰ ਹੋ ਜਾਂਦਾ ਹੈ। ਤਾਂ ਇਸੇ ਦਾ ਸ਼ਬਦ ਨੂੰ ਨਿਖਾਰਦੇ ਨੇ ਵੀ ਜ਼ੋਰ ਜ਼ੁਲਮ ਫੂਲੇ ਘਨੋਂ। ਜਦੋਂ ਇਹ ਕਿਤੇ ਜ਼ੋਰ ਆਪਣਾ ਪਜਾਉਂਦਾ ਹੈ, ਜ਼ੁਲਮ ਕਰਦਾ ਹੈ, ਉਹ ਵੀ ਨਾ ਫੁੱਲਦਾ ਹੈ, ਬੜਾ ਘਣੋਂ ਫੁੱਲਦਾ, ਜ਼ਿਆਦਾ ਫੁੱਲਦਾ ਵੀ ਬਲੇ ਮੇਰੇ ਵਰਗਾ ਕੋਈ ਨਹੀਂ। ਤੁਸੀਂ ਦੇਖੋ, ਹੋਰ ਛੱਡੋ, ਰੋਡ ਦੇ ਉੱਤੇ ਆਉਂਦੇ ਜਾਂਦੇ ਆ ਰੋਜ਼, ਬੰਦਾ ਜੇ ਕੋਈ ਕਿਤੋਂ ਅੱਗੋਂ ਲੰਘ ਜਾਏ ਨਾ ਕਿਤੇ ਛੇਤੀ ਦਾ ਮਾਰਿਆ ਕੋਈ, ਤੇ ਦੂਜਾ ਸੋਚਦਾ ਐਂ ਕਿਵੇਂ ਲੰਘ ਗਿਆ ਮੇਰੇ ਕੋਲੋਂ। ਫਿਰ ਉਹਦੇ ਨਾਲ ਉਹ ਰੇਸ ਲਾਉਂਦਾ ਹੈ, ਦੌੜਦਾ ਹੈ, ਤੇਜ਼ ਕਰਦਾ ਹੈ, ਉਹਦੇ ਅੱਗੋਂ ਕੱਢਣ ਦੀ ਕੋਸ਼ਿਸ਼ ਕਰਦਾ ਵੀ ਤੂੰ ਲੰਘ ਕਿਵੇਂ ਲੰਘਦਾ। ਲੈ ਗੱਲ ਕੁਛ ਵੀ ਨਹੀਂ ਹੈਗੀ, ਕੀ ਖੜਾ ਹੈ। ਉਹ ਸਿੱਧ ਕਰਨਾ ਚਾਹੁੰਦਾ ਵੀ ਐਂ ਕਿਵੇਂ ਕੋਈ ਲੰਘ ਜਾਏ ਮੇਰੇ। ਮਤਲਬ ਉਹ ਕੀ ਹੈ, ਆਪਣੀ ਉਹਦੇ 'ਚ ਕੋਈ ਫਰਕ ਨਹੀਂ ਹੈ, ਕੋਈ ਦੌੜ ਨਹੀਂ ਹੈ, ਕੋਈ ਉਹਦੇ ਨਾਲ ਵੈਰ ਨਹੀਂ ਹੈ। ਬਸ ਇੰਨੀ ਗੱਲ 'ਚ ਵੀ ਇਹ ਕਿਵੇਂ ਲੰਘ ਗਿਆ ਕੋਲ ਉਹਦੀ। ਇਹ 'ਚ ਵੀ ਬੰਦਾ ਆਪਣੀ ਜ਼ੋਰ ਅਜ਼ਮਾਈ ਕਰਦਾ। ਫਿਰ ਬੜੇ ਦੇਖਿਆ ਇਹ ਮਾੜੀ ਮਾੜੀ ਗੱਲ ਤੇ ਗੱਡੀਆਂ ਭਜਾਉਂਦੇ ਨੇ, ਇੱਕ ਦੂਜੇ ਤੋਂ ਤੇਜ਼ ਕਰਦੇ ਨੇ। ਉਹ ਹੁੰਦਾ ਵੀ ਮੈਂ ਤੈਨੂੰ ਕਿਵੇਂ ਲੰਘਣ ਦੇ ਦਾਂ। ਗੱਲ ਕੁਛ ਵੀ ਨਹੀਂ ਹੈਗੀ। ਆਹੀ ਹੈ ਕੀ ਕਿਤੇ ਕੋਈ ਉਹ ਹੈ ਨਾ। ਇਹ ਕੀ ਹੈ? ਜ਼ੋਰ ਕਾਹਦਾ ਹੈ? ਬਾਬਾ ਜੀ ਕਹਿੰਦੇ ਉਹਦੇ ਉੱਤੇ ਜ਼ੋਰ ਚੱਲਦਾ ਹੀ ਨਹੀਂ। ਉੱਥੇ ਹੁਕਮ ਨਹੀਂ ਚੱਲਦਾ, ਉੱਥੇ ਜ਼ੋਰ ਨਹੀਂ ਕਰਦਾ। ਉੱਥੇ ਜ਼ੋਰ ਨਹੀਂ ਚੱਲ ਸਕਦਾ। ਨਾਲ ਇੱਕ ਹੁਕਮ ਨਾ ਚੱਲੀ, ਨਾਲ ਖਸਮ ਚੱਲੇ ਅਰਦਾਸ। ਉੱਥੇ ਜ਼ੋਰ ਥੋੜ੍ਹੀ ਚੱਲਦਾ ਕਿਸੇ ਦਾ।
ਤੇ ਜਿਹੜਾ ਬੰਦਾ ਆਪਣੇ ਜ਼ੋਰ ਤਾਕਤ ਦੀ ਅਜ਼ਮਾਇਸ਼ ਕਰਦਾ ਹੈ ਉਹਨੂੰ ਬਾਣੀ ਈਗੋ ਕਹਿੰਦੀ ਹੈ। ਮੈਂ ਰਸਤੇ ਵਿੱਚ ਆ ਰਿਹਾ ਸੀਗਾ, ਖੈਰ ਕੋਈ ਵੀ ਪਾਰਟੀ ਦੇ ਹੋਣ, ਮਤਲਬ ਬੜੇ ਇੱਕ ਪੂਰੇ ਦਾ ਪੂਰਾ ਜਲਸਾ ਬਣਾਇਆ ਹੈ। ਠੀਕ ਹੈ, ਤੁਸੀਂ ਪ੍ਰਦਰਸ਼ਨ ਕਰਦੇ ਹੋ, ਪਰ ਚੀਕਾਂ ਮਾਰੋ, ਕੂਕਾਂ ਮਾਰੋ, ਬੜੇ ਬੜੇ ਹਾਰਨ ਮਾਰੋ, ਮਤਲਬ ਇੰਝ ਲੱਗ ਰਿਹਾ ਸੀਗਾ ਵੀ ਕਿਤੇ ਜਿਵੇਂ ਨਾ ਪਤਾ ਨਹੀਂ ਕੀ ਹੋ ਗਿਆ ਹੁੰਦਾ ਹੈ। ਇਹ ਕੋਈ ਪ੍ਰਚਾਰ ਥੋੜ੍ਹੀ ਹੈ। ਪ੍ਰਚਾਰ ਦਾ ਮੀਨਿੰਗ ਕੁਝ ਹੋਰ ਹੈ। ਤੁਸੀਂ ਲੋਕਾਂ ਨੂੰ ਸਮਝਾਓ ਆਪਣੀ ਗੱਲ, ਇਹ ਕੀ ਸਮਝਾ ਰਹੇ ਹੋ? ਮਤਲਬ ਮੈਂ ਵੇਖ ਰਿਹਾ ਸੀਗਾ ਵੀ ਇਹ ਕੀ ਸਮਝਾਉਣਾ, ਇਹਨਾਂ ਨੂੰ ਪੁੱਛੇ ਖੜਾ ਕੇ ਤੁਸੀਂ ਕੀ ਦੱਸਣਾ ਚਾਹੁੰਦੇ ਹੋ? ਕੂਕਾਂ ਮਾਰ ਕੇ, ਚੀਖਾਂ ਮਾਰ ਕੇ ਕੀ ਦੱਸਣਾ ਚਾਹੁੰਦੇ ਹੋ? ਬਸ ਇਹ ਕੀ ਹੈ? ਕੁਝ ਲੋਕ ਇਕੱਠੇ ਕਰ ਲਓ, ਖਾ ਪੀ ਲਿਆ, ਜਾਂ ਫਿਰ ਪੈਸੇ ਦੇ ਦਿੱਤੇ, ਭਾਈ ਮਾਰੀ ਜਾਓ ਚੀਖਾਂ, ਜਿੰਨਾ ਮਰਜ਼ੀ ਰੌਲਾ ਪਾਈ ਜਾਓ। ਕੀ ਕੌਣ ਇਹਦਾ ਰਿਸਪੋਂਸੀਬਲ ਹੈ? ਉਹਦਾ ਮਤਲਬ ਕੀ ਹੈ? ਕੀ ਇਹ ਪ੍ਰਚਾਰ ਦਾ ਮਤਲਬ ਐਵੇਂ ਨਹੀਂ। ਲੋਕਾਂ ਨੂੰ ਤੁਸੀਂ ਆਪਣੇ ਜਿਹੜਾ ਹੈ ਤੁਹਾਡਾ ਕੋਈ ਪ੍ਰੋਸੈਸ ਬਣਾਇਆ ਉਹ ਦੱਸੋ, ਉਹਦਾ ਢੰਗ ਹੈ, ਬੈਠਦੇ ਨੇ ਲੋਕ ਸੁਣਦੇ ਨੇ, ਉਵੇਂ ਦੱਸੋ, ਘਰ ਘਰ ਜਾ ਕੇ ਦੱਸੋ। ਪਰ ਰੋਡ ਦੇ ਉੱਤੇ ਐਵੇਂ ਚੀਕਾਂ ਮਾਰਦੇ, ਇੱਧਰ ਨੂੰ ਚਲੇ ਜਾਓ, ਇੱਧਰ ਨੂੰ ਚਲੇ ਜਾਓ, ਇਹ ਕੀ ਹੈ? ਕਿਸ ਜ਼ੋਰ ਦੀ ਗੱਲ ਕਰਨੀ ਚਾਹੁੰਦੇ ਨੇ? ਇਸ ਤਰ੍ਹਾਂ ਦਾ ਇੱਕ ਰੰਗ ਹੈ। ਖੈਰ ਮੈਂ ਬੇਨਤੀ ਕਰ ਰਿਹਾ ਵੀ ਨਿੱਕੀ ਨਿੱਕੀ ਗੱਲ ਤੇ ਬੰਦਾ ਈਗੋ ਦੀਆਂ ਗੱਲਾਂ ਕਰਦਾ ਹੈ। ਹੁਣ ਬਾਣੀ ਨੂੰ ਤਾਂ ਇਸ ਤੇ ਹੀ ਪੜ੍ਹ ਲਓ। ਜੋ ਜਾਣੇ ਮੈਂ ਜੋਬਨਵੰਤ ਸੋ ਹੋਵਤ ਵਿਸਟਲ, ਆਪਸ ਕੋ ਕਰਵੰਤ ਕਹਾਵੇ। ਜੋ ਬਾਣੀ ਗੁਰੂ ਮਹਾਰਾਜ ਜੀ ਇਸ ਬਾਣੀ ਦੇ ਵਿੱਚ ਸੁਖਮਨੀ ਸਾਹਿਬ ਦੀ ਇਸ ਪੂਰੀ ਦੀ ਪੂਰੀ ਪੌੜੀ ਕੀ ਕਹਿੰਦੇ ਨੇ? ਇਹੀ ਆ। ਬੰਦਾ ਈਗੋ ਕਿੱਥੇ ਕਿੱਥੇ ਬਿਆਨ ਕਰਦਾ, ਆਪਦੇ ਆਪ ਨੂੰ ਮੈਂ ਧਨਵੰਤ ਹਾਂ, ਆਪਸ ਕੋ ਧਨਵੰਤ ਕਹਾਵੇ। ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ। ਬਾਣੀ ਤਾਂ ਉਹਨੂੰ ਮੂਰਖ ਕਹਿੰਦੀ ਹੈ, ਅੰਧਾ ਹੈ। ਇੱਕ ਨਹੀਂ, ਤਿੰਨ ਖਿਤਾਬ ਦਿੱਤੇ ਨੇ। ਸੋ ਮੂਰਖ, ਅੰਧਾ ਤੇ ਅਗਿਆਨ। ਜਿਹੜਾ ਬੰਦਾ ਧਨ ਤੇ ਭੂਮ ਦਾ ਈਗੋ ਕਰਦਾ ਹੈ, ਮੇਰੇ ਕੋਲ ਪੈਸਾ ਬਹੁਤ ਹੈ ਤੇ ਮੇਰੇ ਕੋਲ ਜ਼ਮੀਨ ਬਹੁਤ ਹੈ। ਜੇ ਕੋਈ ਅਹੰਕਾਰ ਕਰਦਾ ਹੈ, ਬਾਬਾ ਜੀ ਕਹਿੰਦੇ ਇੱਕ ਖਿਤਾਬ ਨਹੀਂ ਉਹਦੇ ਵਾਸਤੇ, ਤਿੰਨ ਨੇ। ਸੋ ਮੂਰਖ, ਅੰਧਾ, ਅਗਿਆਨ। ਉਹਨੂੰ ਸਮਝੀ ਕੋਈ ਨਹੀਂ ਹੈਗੀ। ਇਸ ਲਈ ਬਾਣੀ ਕਹਿੰਦੀ ਹੈ, ਭਾਈ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆਂ ਨਾਨਕ ਜੀ ਕਹਿੰਦੇ ਗਰਭ ਗਲੇ, ਗਰਭ ਦੇ ਵਿੱਚ ਭਾਵ ਅਹੰਕਾਰ ਦੇ ਵਿੱਚ ਗਲ ਗਏ। ਅਹੰਕਾਰ 'ਚ ਹੀ ਗਲਣਾ ਹੈ। ਤੁਸੀਂ ਦੇਖੋ ਕਿੰਨੀ ਨਿੱਕੀ ਨਿੱਕੀ ਗੱਲ ਤੇ ਬੰਦਾ, ਇਹਦੇ ਨਾਲ ਕੀ ਹੁੰਦਾ ਹੈ? ਇਹਦੇ ਨਾਲ ਈਗੋ ਵੱਧਦੀ ਹੈ, ਈਗੋ ਵੱਧਦੀ ਹੈ, ਰੱਬ ਨਾਲ ਦੂਰੀ ਵੱਧਦੀ ਹੈ। ਪਿੱਛੇ ਨੂੰ ਆਉਣਾ ਜਿਹੜਾ ਹੈ ਨਾ, ਪਿੱਛੇ ਨੂੰ ਆਉਣਾ, ਵੱਧਣਾ ਕੁਝ ਹੋਰ ਚੀਜ਼ ਹੁੰਦੀ ਹੈ, ਕਿਸੇ ਨਾਲ ਮੁਕਾਬਲਾ ਕਰਨਾ ਹੋਰ ਚੀਜ਼ ਹੈ। ਵੀ ਤੂੰ ਐਂ ਕੀਤਾ ਤੇ ਮੈਂ ਵੀ ਕਰ ਸਕਦਾ, ਅਸੀਂ ਕਿਸੇ ਤੋਂ ਘੱਟ ਆ, ਇਹ ਕੀ ਆ? ਇਹ ਈਗੋ ਹੈ। ਬਈ ਤੂੰ ਆਪਣਾ ਕਰ, ਤੂੰ ਆਪਣੇ ਰੰਗ 'ਚ ਰਹੇ, ਅਸੀਂ ਆਪਦਾ ਕਰਦੇ ਹਾਂ। ਇਹਦੇ ਨਾਲ ਕੋਈ ਨਹੀਂ। ਜਿਹੜੇ ਰੱਬ ਦੇ ਫਕੀਰ ਹੁੰਦੇ ਨੇ ਨਾ, ਜਿਹੜੇ ਰੱਬ ਨੂੰ ਰੱਬੀ ਹੋਂਦ ਨੂੰ ਮੰਨਣ ਵਾਲੇ ਹੁੰਦੇ, ਉਹ ਨਾ ਕਿਸੇ ਨਾਲ ਮੁਕਾਬਲਾ ਨਹੀਂ ਕਰਦੇ। ਵੀ ਉਹ ਕਿਸੇ ਨਾਲ ਮੁਕਾਬਲਾ ਕਰਦੇ ਹੁਣ ਵੀ ਤੂੰ ਐਂ ਕੀਤਾ ਤੇ ਮੈਂ ਕੀਤਾ। ਉਹ ਕਹਿੰਦੇ ਨਾ ਭਾਈ, ਕਿਸੇ ਦਾ ਕੁਝ ਚਲਿਆ ਜਾਏ ਉਹਨਾਂ ਨੂੰ ਕੋਈ ਫਰਕ ਨਹੀਂ, ਕਿਸੇ ਨੂੰ ਕੁਝ ਮਿਲ ਜਾਏ ਤੇ ਕੋਈ ਫਰਕ ਨਹੀਂ ਹੈਗਾ। ਉਹ ਆਪਣੇ ਰੰਗ 'ਚ ਰਹਿੰਦੇ ਨੇ। ਰੰਗ ਹਸੈ ਰੰਗ ਰੋਵੈ, ਚੁੱਪ ਭੀ ਕਰ ਜਾਹੇ, ਪਰਵਾਹ ਨਹੀਂ ਕਿਸੇ ਕੇਰੀ ਆਵਾਜ਼। ਉਹ ਤੇ ਇੱਕ ਸੱਚੇ ਪਰਮੇਸ਼ਰ ਦੀ ਵਾਹ ਉਹਦੀ ਕਰਦੇ ਨੇ। ਰੱਖ ਸਾਂਭ ਕੇ ਤੂੰ ਆਪਣੀ ਅਮੀਰੀ ਸੱਜਣਾ ਹੋਏ। ਇਹ ਜਿਹੜੀ ਆਪਦੀ ਅਮੀਰੀ ਹੈ ਨਾ, ਬੰਦਾ ਅਮੀਰ, ਮੈਂ ਕਈ ਵਾਰੀ ਜ਼ਿਕਰ ਕਰਦਾ, ਪੈਸੇ ਨਾਲ ਅਸੀਂ ਕਹਿੰਦੇ ਅਮੀਰੀ ਹੁੰਦੀ ਹੈ, ਨਹੀਂ ਭਾਈ, ਗੁਣਾਂ ਦੀ ਵੀ ਅਮੀਰੀ ਹੈ। ਗੁਣਾਂ ਦੀ ਵੀ ਅਮੀਰੀ ਹੈ, ਨਾਮ ਦੀ ਵੀ ਅਮੀਰੀ ਹੈ। ਇਹ ਅਮੀਰੀ ਕਿਤੇ ਸਮਝ ਪੈ ਜਾਏ ਵੀ ਮੈਂ ਕਿਸ ਗੱਲ ਦਾ ਅਮੀਰ ਹਾਂ। ਸਾਹਿਬ ਮਹਾਰਾਜ ਕਹਿੰਦੇ ਜੋ ਜ਼ੋਰ ਜ਼ੁਲਮ ਫੁੱਲੇ ਘਨੋਂ, ਬਸ ਆਪਦੇ ਜ਼ੋਰ ਨਾਲ ਹੀ ਫੁੱਲ ਗਿਆ ਵੀ ਲੈ ਆਪਣੇ ਕੋਲ, ਆਪਾਂ ਕਿਸੇ ਨੂੰ ਖੰਘਣ ਨਹੀਂ ਦੇਈਦਾ ਵਾ। ਇਹ ਹੰਕਾਰ ਹੈ। ਬਾਣੀ ਨੇ ਖਿਤਾਬ ਕੀ ਦਿੱਤਾ? ਕਾਚੀ ਦੇ ਵਿਕਾਰ। ਆ ਕੱਚੀ ਮਿੱਟੀ ਦੇ ਉੱਤੇ ਤੂੰ ਇੰਨਾ ਕਮਾਣ ਕਰਦਾ, ਹੰਕਾਰ ਕਰਦਾ ਹੈ, ਇਹ ਕੀ ਹੈ? ਬੇਕਾਰ ਹੈ, ਕੁਝ ਵੀ ਨਹੀਂ ਇਸ ਤੋਂ ਵੱਧ ਹੈ।
बेकारां दा सिर ते टोकरा रखिया है। अगे कहते अहं बुद्ध बंधन परे नानक नाम छुटार। अहंग बुद्ध, अहंग हुंदा है मैं, बुद्ध हुंदी है बुद्धि। वो बुद्धि किहड़ी हुंदी है? मैं वाली बुद्ध हो जाती है। मैं सारी दिहाड़ी बंदा करदा रहिंदा, मैं ऐ करांगा, मैं ऐ करदा, मैं औ करदा। ये की है? मैं वाली बुद्धि है, अहं बुद्ध है, अहंकार वाली बुद्धि है। ਇਹਦੇ ਬੰਧਨ ਵਿੱਚ ਪੈ ਜਾਂਦਾ ਬੰਦਾ, ਬੰਧਨ ਵਿੱਚ, ਅਹੰਕਾਰ ਵਿੱਚ। ਛੋਟੇ ਹੁੰਦੇ ਨਾ ਤੁਸੀਂ ਵੀ ਕਈ ਵਾਰ ਪੜ੍ਹਿਆ ਹੋਣਾ, ਇੱਕ ਕਹਾਣੀ ਹੁੰਦੀ ਸੀ ਕਿ ਇੱਕ ਬਾਰਾਸਿੰਗਾ ਹੁੰਦਾ ਸੀ ਤੇ ਉਹ ਇਸ ਗੱਲ ਦੀ ਮਾਣ ਕਰਦਾ ਵੀ ਮੇਰੇ ਤਾਂ 12 ਸਿੰਘ ਲੱਗੇ ਨੇ, ਮੈਨੂੰ ਕੀ ਪਰਵਾਹ। ਤੇ ਉਹਨੂੰ ਮਾਣ ਇਹ ਹੁੰਦਾ ਹੈ ਤੇ ਜਦੋਂ ਹੀ ਉਹਨੂੰ ਐਂ ਮੈਂ ਦੌੜ ਜਾਵਾਂਗਾ, ਦੌੜ ਕੇ ਕਿਤੇ ਸ਼ਿਕਾਰੀ ਆ ਜਾਂਦਾ ਹੈ। ਹੁਣ 12 ਸਿੰਘਾਂ ਦੌੜਦਾ ਹੈ, ਆਪਣੇ ਹੀ ਸਿੰਘਾਂ ਦੇ ਵਿੱਚ ਫਸ ਕੇ ਉਲਝ ਕੇ ਉੱਥੇ ਹੀ ਰਹਿ ਜਾਂਦਾ ਹੈ। ਇੰਨੇ ਸ਼ਿਕਾਰੀ ਆ ਜਾਂਦਾ ਹੈ। ਉਹ ਜਿਹੜੇ ਸਿੰਘਾਂ ਦਾ ਮਾਣ ਕਰਦਾ ਉਹਨਾਂ ਨੇ ਫਸਾ ਦਿੱਤਾ। ਜਿਹੜੀਆਂ ਲੱਤਾਂ ਸੀਗੀਆਂ ਪਤਲੀਆਂ ਪਤਲੀਆਂ ਸੀ, ਉਹਨਾਂ ਨੂੰ ਕਹਿੰਦਾ ਲੈ ਇਹ ਕੀ ਨੇ, ਲੱਤਾਂ ਭਾਵੇਂ ਜਿਹੋ ਜਿਹੀਆਂ ਵੀ ਨੇ ਉਹਦਾ ਸਾਥ ਦਿੰਦੀਆਂ ਸੀ, ਪਰ ਸਿੰਘਾਂ ਨੂੰ ਕਹਿੰਦਾ ਵੀ ਨਹੀਂ ਨਹੀਂ ਇਹ ਤਾਂ ਮੇਰੀ ਬੜੀ ਤਾਕਤ ਆ, 12 ਸਿੰਘ ਨੇ, ਮੇਰੇ ਕੋਲੇ ਕੌਣ ਲੱਗ ਜਾਏਗਾ। ਅਹੰਕਾਰ। ਉਹੀ ਸਿੰਘ ਫਸ ਗਏ ਕਿਸੇ ਟਾਹਣੀਆਂ ਦੇ ਵਿੱਚ, ਫਸ ਗਏ, ਬਸ ਉੱਥੇ ਫਸ ਗਿਆ, ਨਾ ਨਿਕਲ ਹੋਇਆ। ਜਾਨੂੰ ਸ਼ਿਕਾਰੀ ਆ ਗਿਆ, ਪਕੜਿਆ ਗਿਆ। ਇੱਕ ਵੇਦਾਂ ਦੀ ਛੋਟੀ ਜਿਹੀ ਹੋਰ ਵਾਰਤਾ ਹੈ, ਉਹਦੇ 'ਚ ਆ ਟਟੀਰੀ ਜਿਹੜੀ ਹੈ ਨਾ, ਟਟੀਰੀ ਲਿਖਿਆ ਹੈ, ਇਹਦੀਆਂ ਲੱਤਾਂ ਬੜੀਆਂ ਪਤਲੀਆਂ ਪਤਲੀਆਂ ਹੁੰਦੀਆਂ ਨੇ, ਬੜੀਆਂ ਲੰਮੀਆਂ ਹੁੰਦੀਆਂ ਨੇ। ਇਹਨੂੰ ਬੜਾ ਮਾਣ ਹੈ ਆਪਣੀਆਂ ਲੱਤਾਂ 'ਤੇ ਵੀ ਕਿਸੇ ਕੋਲੇ ਵੀ ਨਹੀਂ ਹੈਗੀਆਂ ਇਹੋ ਜਿਹੀਆਂ, ਮੇਰੇ ਕੋਲੇ ਸਭ ਤੋਂ ਵੱਡੀਆਂ ਲੰਮੀਆਂ ਲੱਤਾਂ ਨੇ। ਕਹਿੰਦੇ ਇਹ ਲੱਤਾਂ ਉੱਤੇ ਨੂੰ ਕਰਕੇ ਸੌਂਦੀ ਹੈ ਟਟੀਰੀ। ਉਹ ਕਿਸੇ ਨਾਲ ਦੇ ਭਾਈਚਾਰੇ ਨੇ ਉਹਨੇ ਪੁੱਛਿਆ ਵੀ ਤੂੰ ਐਂ ਕਾਹਤੇ ਉੱਪਰ ਨੂੰ ਪੈਣੀਆਂ ਲੱਤਾਂ ਕਰਕੇ। ਉਹ ਕਹਿੰਦੇ ਗੱਲ ਇਹ ਹੈ ਵੀ ਉੱਪਰ ਨੂੰ ਮੈਂ ਤਾਂ ਪੈਂਦੀ ਹਾਂ ਵੀ ਜੇ ਕਿਤੇ ਅਸਮਾਨ ਗਿਰ ਗਿਆ ਨਾ ਤੇ ਮੈਂ ਆਪਣੀਆਂ ਲੱਤਾਂ ਨਾਲ ਹੀ ਰੋਕ ਲਾਂਗੀ। ਇਹ ਕੀ ਹੈ? ਇਹ ਹੰਕਾਰ ਹੀ ਹੈ, ਹੋਰ ਕੀ ਹੈ। ਬੰਦਾ ਐਵੇਂ ਸੋਚਦਾ ਬਸ, ਜੇ ਮੈਂ ਨਾ ਹੁੰਦਾ ਬਸ ਪਤਾ ਨਹੀਂ ਕੀ ਹੋ ਜਾਣਾ ਸੀ, ਜੇ ਮੈਂ ਨਾ ਹੁੰਦਾ ਤੇ ਪਤਾ ਨਹੀਂ ਕੀ ਹੋ ਜਾਣਾ ਸੀ। ਇੱਥੇ ਕੀ ਹੋਣਾ? ਇੱਥੇ ਵੱਡੇ ਵੱਡੇ ਜੋ ਦਿਸੇ ਲੋ, ਬਾਬਾ ਜੀ ਕਹਿੰਦੇ ਬੜੇ ਬੜੇ ਆ ਕੇ ਚੁਰ ਗਏ। ਮੇਰੀ ਮੇਰੀ ਕਹਿਰੋ ਕਰਤੇ ਦੁਰਜੋਧਨ ਸੇ ਭਾਏ, 12 जोजन छतर चले था देही गिरजन खाई। सर्ब सोयन की लंका होती रावण से अधकाई। कहा वह उधर बांधे हाथी छिन में पई पराई। काहदा मान है? इत्थे बड़े बड़े हंकार करन वाले जिहड़े कहते सानू कोई तां हिला नहीं सकदा, काल असीं पावे नाल बन्निया होया है। पर बाबा जी कहते इत्थे मेरी मेरी करन वाले, ईगो करन वाले संसार विच नहीं रहे। इसलिए कहते काहदी अहं बुद्ध है, किस चीज़ का अहंकार है। अहं बुद्ध बंधन परे, जिहड़ी अहं वाली बुद्धि हुंदी है बंदे नूं बंधन च पा दिंदी है। बंधन विच जिहड़ा बन्धन च पै गया तो फिर मुक्त नहीं हो सकता है, क्योंकि बन्धन पै गया अहंकार का ही है, ईगो का ही है ना। अहं बुद्ध बंधन परे नानक नाम छुटार। जे छुटना है नानक नाम छुटार। जे इनू छड़ा सकता है सिर्फ परमेश्वर का नाम ही छड़ा सकता है, होर इनू नहीं छड़ा सकता। बंदे की ईगो जिहड़ी है ना वो काहदे नाल? हौमै, जिहड़ी हौमे है ना बंदे अंदर, इनू कौन जला सकता है? हौमै शब्द जलाए, होर नहीं कोई दसदा। हौमे इहा जात है, महाराज कहते हौमे कर्म कमाए, हौमे ई बंदना फिर जो नहीं पाए। हौमे कित्थों उपजै कित संजम एह जाए। हौमे दीर्घ रोग है दारू पी समाहे, कृपा करे जे अपनी ता गुर का शब्द कमाए। इस करके जिहड़ा हौमे है ना इनू सिर्फ गुरु का शब्द जलाउंदा है, गुरु के शब्द राही जलती है तो फिर बंधन मुक्त होता है। नहीं तो ये हौमे के बंधनों में फसिया रहिंदा। अगे कहते पौड़ी जज्जा जाने हाँ कुछ हुआ। बंदा ये जानने लग जाता भी लै मैं कुछ हो गया, मैं कुछ बन गया। मैं पहले ही पढ़िया ना, जो जाने जिहड़ा आपदे आप नूं जाने, मैं किछ करता तब लग गर्भ जोन में
फिरता काहदे च फिरदा? गर्भ की जोनी च फिरदा है, अंकार की जोनी च फिरदा है। जिहड़ा कहता मैं किछ करता, आप सुको कर कछ जनावे, जे आपदे आप नूं कुछ जणाउंदा नहीं फिर है, नहीं तो बंदा हर कुछ जगह ते मैं जणाउंदा ही बंदा यही है। अज अज जिन्ना भी झगड़ा है ना आपदे जणाउण दा ही है। जिथे मर्जी पुछ लो यही कहते जी मैनू कौन पुछदा, मेरी तो कोई सुनता ही नहीं, उत्थे झगड़ा शुरू आ। जे पुछो की लड़ाई है, ना जी मेरी नहीं कोई घरे सुनता, इहदा मतलब बस उसदी सुननी चाहिदी है, आ ही रौला है। कोई नहीं कहता भाई मेरी ना सुनो, तुसीं आपदी मर्जी करो, कोई नहीं कहता। हरेक बंदा कहता छोटे तो बड़ा, जो बच्चे नूं पुछो वो भी कहते लै तुसीं साडी किहड़ा सुणदे हो। ते जिहड़े बड़े ने वो बेचारे इस गल च फसे रहिंदे ने भी असीं वड्डे आ घर दे ते साडी किहड़ा जी कोई सुणदा। बस आ है, पता नहीं की सुना के दे, माफ़ी चाहांगा। ये यही है, ये ईगो, ये अहंकार दी ये सीढ़ी है भाई, इत्थे छड्डना है। मेरी कोई सुने ना सुने, तेरी एकता सुनदा ही है ना। फिर मैं तान दीवान तू है मेरे स्वामी, मैं तुदे आगे अरदास, मैं होर थाओ नाही जिस पे करूं बिनंती, मेरा दुख सुख तुझ ही पास। वो तो सुनता है ना, होर नूं सुना के भी की लेना है, होर नूं दस के भी की लेना। देख लो दस के, सगों लोग जे दसोगे ना लगता है तो बस जो मर्जी देखो दुखी रहिंदा, ये तो ना ही छेड़ो। ये सुनाइए उस परमेश्वर नूं, वाहिगुरू नूं, जिहदे नाल दुख भी ते सुख मेरा उहदे कोले है, उहनूं सुनाइए। होर सुननी भी किहने है? बस ऐसे गल दा ही रौला है। बहुते सज्जणां नाल गल हुंदी, जिथे मर्जी देखो जी साडी कौन सुणदा, सुनी नहीं गई, साडी सुनी नहीं गई। बस यही गुरु बाबा जी कहते जो जाने हाँ कुछ करता, जिहड़ा कहंदा मैं कुछ करदा। फिर बांधियो जो नलनी प्रम सुआ, ये एग्जाम्पल देती है। कहते ना बंदा जिमें जिहड़ा कहंदा मैं कुछ करदा, मैं कुछ करदा, वो समझ लो जी बन्निया गया। हो किवें बन्निया गया? बांधियो ज्यों जिमें नलनी, नलनी एक जंतर हुंदा है, भ्रम सूआ, सूआ कहते ने तोते नूं, वो तोते नूं फड़न वास्ते एक जंतर हुंदा है। कई बना के ना गत्ते दा बना के रख लैंदे ने, बड़े हुण तां कई तरह के तरीके नाल फड़े जांदे ने। जानवरां नूं, हरेक जानवर नूं जिन्हां नूं पकड़दे ने ना, उहनूं हरेक दा पकड़न दा तरीका वखरा वखरा है। एवें थोड़ी भी जाल पाया तो हरेक फस गया ना, हरेक जाल च नहीं फसदा। ये तोते नूं किवें फड़दे ने? तोते नूं नलनी बना दिंदे ने, उहदी जिहड़ी चरखड़ी हुंदी है ना उहदे ते पाउंदे ने चोगा, ते थल्ले रख लैंदे ने पानी, ते तोता आके उहदे ते चरखड़ी ते बहिंदा है, ते जिउंदे ही उहदे ते वजन आउंदा है ते चरखड़ी घुम जांदी है, थल्ले हुंदा है पानी, पानी तो बचदा उस चरखड़ी नूं फड़ लैंदा ते चरखड़ी दे विच ही फस जांदा है। एवें उहनूं फड़ लैंदे ने, उन्होंने पूर्ण तौर पर पढ़ते हैं। ये थोड़ी भी एवें फड़न लगे तो पंग खंभ टुट जाएंगे, जा कुछ होर टुट जाएगा तो विक जाएगा, फिर नहीं विकता, उन्हें एवें फड़ते हैं। ये तरीका है। कहते ज्यों अपने आप ही बन्नण च पिया हुंदा, उन्हें पता ही नहीं होंदा भी मैं फड़िया होया। उन्होंने ये हुंदा तोते नूं भी मैं पानी च ना डिग जा, भी मैं नलनी फड़ ली, पर उन्होंने की पता तैनूं तां नलनी ने जाल च फसा लिया है। ये चोगा ही यह जिहा है संसार दे विच, वाहिगुरू ने चोगा ही इस तरह का पाया, जिहड़ा इहदे विच बैठदा है फिर उही इहदे च फस जांदा है। ये तरीका है। महाराज कहते जज्जा जाने हाँ कुछ हुआ, बांधियो जो नलनी भ्रम सूआ। जिमें तोते नूं पकड़िया जाता है उवें ही ये बंदा ये हौमे के बंधन विच बन जाता। हौमे कितों दूजे तो थोड़ी आउंदी है ना। जिस बंदे नूं हौमे हुंदी है ना, उन्होंने पहले तो पता ही नहीं लगता भी मैनू हौमे, वो मनते ही नहीं। जिवें ना बुखार का पता होवे तो फिर बंदा दवाई लै लैंदा भी मैनू बुखार है, मैं बीमारी है, आ रोग है, फिर ही दवाई लैंदा ना। एक ऐसा दा रोग है जिहदा पता ही नहीं होंदा, वो कदे मनदे ही नहीं भी मैनू हौमे। लै असीं की हौमे करते हैं जी? ना 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 ना, कोई हौमे नहीं। माफ़ी चाहांगा, साढ़े तरीके ही ऐसे ने। मैं कई बार जिक्र कर दांगा, देखो जी एवें ना लैके अरदास कराई दी है, पैसे दे के अरदास कराई दी, इनू एवें ना समझो। ढंग है
सज्जण कहता जी हम तो ऐ करीदा, असी तो कदे नहीं अरदास कराई दी। फिर बस जी 100 रुपया गोलक च पा दईदा जिहड़ा पाउणे हुंदे ने, ते आपां तां उत्थे ही अरदास कर लैंदे। नाले 10 बंदिआं नूं दस दिता भी 100 सीधा गोलक जी पा दईदा। अपनी ईगो तां किते खड़ी है ना। ये है मन की अवस्था। मन किते ना किते अपने आप नूं पेश करता है, अपने आप नूं होंद विच रखता है। हौं 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 विच आया, हौं विच गया, हौं विच जम्मिया, हौं विच मुआ, हौं विच दिता, हौं विच लिया, हौं विच खटिया, हौं विच गया। हौमे ही है, अहंकार ही है। ते हंकार ते परमेश्वर दे नाल मिलाप कभी नहीं हो सकता है। बाबा जी कहते हौमे नावे नाल विरोध है, इन्हां दी आपस विच बनदी नहीं कदे। दोए ना वसे एक ठाए, एक थां ते नहीं वसदे, एक थां ते भी। जिथे हौमे आ उत्थे नाम नहीं वसदा, जिथे नाम वस गया उत्थे हौमे रहिंदी नहीं है। ये सच है। ज्यों जो यही कई सवाल करते, देखो जी ये तो नाम बड़ा जपदा है जी, बड़ा बाणी पढ़ते हैं, फिर भी रब इहदे नाल एवें करदा। सुणदे हो तुसीं, कई बारी सुणदे हो, कहंदे आ भी देखो जी इन्हें तो इन्ना कुछ किया फिर भी रब ने किया। ये असीं उहदे नाल तुलना करते हैं, काहदे नाल? एक दुख दे नाल ते नाम दी कदे भी नहीं हो सकती। क्योंकि जिहड़ा नाम जपण वाला हुंदा उहदे च हौमे मुक जांदी है, ईगो मुक जाती है। जे ईगो हैगी है फिर हौमे नहीं वसी हुई, वाहिगुरू अंदर नाम नहीं वसिया होया। यही तो फर्क है। जदों नाम वस गया फिर जो मर्जी हो जाए, उत्थे नाम वसदा है। नाम ये नाम ही है, जिन्हां दे अंदर ही वसदा है, फिर उत्थे ईगो नहीं हुंदी। धन गुरु अमरदास पातशाह महाराज जी के तख्त ते बैठियां दे लत्त मारी दासू ने, सतगुरु पलंग तो थले डिग पए। की दस्या है सानू साखी ने? यही सिखाया भाई, ये निम्रता है, ये निम्रता की अमीरी है, ये सेवा की अमीरी है। ये थोड़ी आ ते अगला कहे जी जे ना किसी एवं कह दे कुछ तो बंदा दोबारे गुरुद्वारे नहीं आता। की करना उन्होंने जी, साढ़े तो कोई पुछदा ही नहीं। मैंने तो लंगर च चमचा नहीं मिलिया, बड़िया देखी देगा। इन्नी गलती होमे, इसका रीजन की है? क्योंकि ईगो खड़ी है साडी मूरे। गुरु सानू ये सिखाउंदा है, गुरु कहता भी मेरा मुझ में किछ नहीं, जो किछ है सो तेरा। मेरा तो कुछ है ही नहीं, मेरा मुझ विच, मेरे मैं विच, मेरे विच कुछ है ही नहीं। जे कुछ है भी वो तेरा ही है। तेरा तुझको सौंपते क्या लागे मेरा। साहिब बाबा जी कहते बांधिओ ज्यों नलनी भ्रम सूआ। जिमें तोता उस यंत्र दे विच फस जाता है, नलनी दे विच फस जाता है, उन्होंने ये लगता भी मैं पानी तो बच गया, पर उन्होंने पता नहीं भी तू तो खुद ही आप फस गया। ये ढंग हुंदा है, ये तरीका है उन्होंने फड़न का। मैं कई बार जिक्र किया ना भी जिमें बंदर नूं छोले पा देंगे सराही दे विच, वो विच हत्थ पा के भर लेंदा, मुट्ठी बाहर खिंचदा है। हुण उन्होंने लगता भी मैनूं तां इन्हां ने फड़ लिया, पर उन्होंने कौन दसे भी तू छोले छड्ड दिते। पर छोले नहीं ना छड्ड सकदा, ईगो नहीं ना छड्ड सकदा, लोभ नहीं ना छड्ड सकदा, वही फड़िया हुंदा। फिर नुकते नूं पकड़ो। बांदर नूं ये लगता भी इन्हां ने मैनूं पकड़ लिया, नहीं पकड़िया हुंदा उन्होंने। उन्होंने कौन समझावे तेनूं लोभ ने फड़िया होया, तेरे ने। लोभ छड्ड दे ते तू आप ही छुट जाए, मुक्त हो जाएगा। तोता कहता मैं पानी च नहीं डिगना, मैनू नलनी ने बचा लिया। उन्होंने कौन दसे तेन नलनी तो फड़न वास्ते लाइए? एवं है, यही तरीका है ना, ढंग है। ये उस तरीके नाल ही पकड़े जाते हैं। बहुत पंछियों नूं, जानवरों नूं इवें फड़िया जाता है, हाथी नूं भी इवें फड़िया जाता है। वो तरीका ही है। संसार दे विच लालच दिता है रब ने, संसार विच बहुत कुछ लालच रखिया होया है। काम क्रोध लोभ मोह अहंकार इसे करके ने, कादे वास्ते? इस आत्मा नूं पकड़न वास्ते ने। इन्हां तो छुटना है, इन्हां तो मुक्ति चाहिए है। गुरु बाबा जी कहते बांधिओ जो नलनी भ्रम सूआ, जो जाने हो भगत ज्ञानी। आ देखो उपर तो हुण गल हो गई दूजी। हुण गुरु महाराज कहते ने आ देखो सूक्ष्म जिन्हों हो, जिहड़ी सूक्ष्म तो सूक्ष्म भी ईगो है, जिहड़ा ये जान लैंदा जी मैं तो बड़ा ज्ञानी हाँ, मैं किसी नूं की माड़ा कहना।
ਜਾਂ मैं बड़ा भगत है, भगत ज्ञानी। बाबा जी कहते ना, ये भी हौमे है। मेरे वर्गा कितने भगत हो सकता कोई, मेरे वर्गा कोई ज्ञानी हो सकता है? महाराज कहते ना, क्योंकि आगे ठाकुर तिल नहीं मानी। उस ठाकुर ने, उस मालिक ने, उस परमेश्वर ने उन्होंने तिल जिन्नी भी नहीं मनी। तिल सारी जिंदगी काहदे भरम च रह गए भी मैं बड़ा ज्ञानी है तो मैं बड़ा भगत है। ये भुलेखा ही रह गया, क्योंकि ईगो कोले सी, हौमे सी, अहंकार सी। कहते एक साधु सीगा, समझण वास्ते नुकता छोटा जिहा, ਉਹ जिधर जाना ਉਹਨੇ ਆਪਦੇ ਕੋਲੇ ਉਹਨੇ ਸਮਾਨ ਥੋੜਾ ਬਾਲਾ ਰੱਖਿਆ ਸੀਗਾ ਤੇ ਵੈਸੇ ਆਪਦੇ ਆਪ ਨੂੰ ਰੱਬ ਦਾ ਭਗਤ ਕਹਾਉਂਦਾ ਸੀ। ਸਮਾਨ ਜਿੱਥੇ ਜਾਣਾ ਆਪਦਾ ਲੈ ਕੇ ਚਲੇ ਜਾਣਾ ਤੇ ਨਾਲ ਬਾਲਟੀ ਵੀ ਚੱਕੀ ਹੋਈ ਹੈ, ਰੱਸੀ ਵੀ ਚੱਕੀ ਹੋਈ ਆ, ਹੋਰ ਵੀ ਲੋੜ ਦਾ ਸਮਾਨ ਹੈ। ਦੂਰ ਨੇੜੇ ਤੁਰੇ ਰਹਿੰਦੇ ਨੇ ਸਾਧੂ। ਉਹ ਜਦੋਂ ਹੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ ਹੈ, ਇੱਕ ਵਾਰ ਕੀ ਗਰਮੀਆਂ ਦੇ ਦਿਨ ਨੇ, ਕੀ ਵੇਖਦਾ ਹੈ जंगल वाल दी लंघ रहा विचों ते उहदे विच की वेखदा कि धरती दे विचों ना खूह दे विचों पानी अपने आप बाहर आ रहा फुआरियां च। हुण गर्मी दे दिन तो वैसे ही जे बंदा किते गर्मियां च तुर जांदे, मोटर चलदी होवे, खड़ के आला कहंदा नाले 2 मिनट पानी पी लो ते नाले उहने भी सोचिया। हुण सामने पानी देखदा है, आले दुआले पंछी जानवर सारे पानी पी रहे ने तो ज्यों ही वो पानी पी रहे हैं, कोई उड़ रहा, कोई आ रहा, कोई जानवर जा रहा गा, सब बड़ी रौनक लगी है गर्मी दिन। तो साधु भी उधर हो गया भी चलो आप भी पीने। हुण ज्यों ज्यों गया पंछी उड़ गए, जानवर खिंड गए, तो जेड़ा पानी उपर नूं आ रहा सी वो थल्ले नूं जा गया, वो खूह दे विच चलिया गया। ज्यों ही पानी खूह च जांदा है तो वो कोले गया तो हद हो गई, कहंदा भी मैं कोले आया, पहला पानी बाहर आ रहा सी, हुण थल्ले चलिया गया। तो ये तो मेरे नाल तो पंछी चंगे ने, जानवर चंगे ने, पानी तो उपर आ रहा सी, इन्हें तो सारे पी रहे सी, मेरे वारी पानी थले चला गया। तो समझण वास्ते नुकता ही है, कहते उन्होंने आकाशबाणी हुंदी है भी जेड़े पंछी ने ना, तू गुस्सा काते करदा है, जेड़े पंछी ने, जानवर ने ना, इन्हां नूं भरोसा मेरे ते है ते तैनूं भरोसा तेरी बाल्टी ते है जिहड़ी मोढी ते रखी बैठा है। तैनूं इहदे ते भरोसा, रस्सी बन ते पानी खूह च सिट ते पानी कढ ते पी के डंडी पै, काते औखा होना? तैनूं आपदी बाल्टी ते भरोसा ते पंछियां नूं किहदे ते भरोसा? मेरे ते भरोसा है। बस उहने मथे ते हत्थ मारिया भी सारी जिंदगी हो गई रब दी बंदगी करदे, इहदे ही हंकार करदा सी, रब नूं कहंदा भी मैं तेरी बंदगी कीती है, मैं तेरा नाम जपदा ते मेरे वारी पानी थल्ले चलिया गया। पर वो कहंदा भरोसा कोई नहीं सी रब ते, ये माण ही है, मैं इन्ना कुछ कर रहा, मैं तो जी तड़के नितनेम कर लेना, आ करदा, सारी दिहाड़ी भावें लोगों नूं निंदी जाए, माण ही है। गुरु पातशाह ये सूक्ष्म तो सूक्ष्म जिहड़ी साडे अंदर बैठी है ना, ईगो, एवं निकी निकी गल दी आपदी आपे ते आप तैंकड़ी जाना काहदे वास्ते? कोई माड़ा ते कोई चंगा, तैं की लेना है? हम नहीं चंगे बुरा नहीं कोई, हम नहीं चंगे बुरा नहीं कोई, हम नहीं। मैं ना 15-20 मिनट मेरे ख्याल 40 अद्धे घंटे तो उपर ही हो जाता ना, तो एक बारी दे दी भी रल के बोलिया करो, सारे हाजिरी लवाया करो, उदों भी ढिले जे बोलते हो, बोलो सारे, हम नहीं चंगे बुरा नहीं कोई, हम नहीं चंगे बुरा नहीं कोई। चलो थोड़ी जी होर वॉल्यूम बढ़ा दो एक अपनी, वो बधूगी ऐकण। देखो हुण वो ना बोलियो जेड़े चंगे ने, जेड़े कहंदे ने भी असीं चंगे आ, गल पंक्ति साडे ते लागू नहीं हुंदी, वो ना बोलियो। जेड़े कहंदे हम नहीं चंगे, असीं तां चंगे नहीं भाई, वो तां बोलणगे, वो हाज़री लवायो। हम नहीं चंगे बुरा नहीं कोई, हम नहीं चंगे बुरा नहीं कोई, हम नहीं। चलो एक गल तो फाइनल हो गई भी बाकी सब चंगे ने, हम नहीं चंगे।
ये कहण की गल नहीं है, ये अंदर दे कमाउण की गल है। इत्थों ही तो ईगो मुकदी, अहंकार नहीं। जे घर दे घरे जांदिਆਂ ਨੂੰ कोई अगों आकड़े ना तो फिर मन च यही सोच लो भी सच्ची गल है मैं नहीं चंगा होना। देखो कितना शांति मिलती है। तो अगों अगला कहे भी तेन पता नहीं मैं कथा सुन के आया घरे, तू मैनू घरे इनू बोली जाना, बस फिर गया पंक्ति। ये चंगे कित्थे रह गए? असीं तो चंगे हाँ, तू नहीं चंगा, घरे बैठा गल्लां मारी जाना, टीवी देखी जाना, मैं कथा सुन के आया, रह गई ना गई। ईगो है ये पंक्ति कमाउण दी है। हम नहीं चंगे, किसी ने वधीकी कर दी तो उस वधीकी का जवाब ये नहीं है, वह यही है भी असीं चंगे नहीं है। गुरु साहब ने इस लहजे में जीवन जाचना बख्शिश की है। ये है ईगो नूं मारन वास्ते, अहंकार नूं मारन वास्ते। गुरुदेव बाबा जी कहते जिहड़ा जीव अंदर हौमे लैके बैठा है तो वो जिहड़ा साधु सी ना, कहता मैं तेरी बंदगी की, तेरा नाम जपिया, मेरे बारे पानी थले। वो कहता भाई इन्हां पंछियां नूं, इन्हां जानवरां नूं भरोसा मेरे ते है, ते तैनूं भरोसा किहदे ते आ? तेरी बाल्टी ते पी ला, फिर पानी कढ ते पी ते अपने राह पै। समझ पै गई उस साधु नूं भी एवें ही सारी जिंदगी तैंगड़दा रहा भी मैं नाम जपदा, मैं नाम जपदा, रब ते भरोसा कोई नहीं सी। ते फिर की कीता? चक्की अपनी बाल्टी ते नाले रस्सी उसे खूह च सुट दित्ती भी लै जदों हुण पानी पियावेंगा तो फिर पी लांगे, तो नहीं हुण बाल्टी दे आसरे ते नहीं तेरे आसरे ते पीना है। तेरे भरोसे प्यारे जी मैं लाड़ लड़। भरोसा है, विश्वास है जी। सानू इन्हां चीज़ों ते विश्वास बन जाता ना, ये फिर की इत्थों ईगो प्रगट होंदी है। गुरु बाबा जी कहते जिहड़ा आगे ठाकुर तिल नहीं मानी, रब जी तो उन्होंने तिल जिन्नी भी नहीं गल मानता, फिर तिल जिन्नी देखो कित्थे बंदा कहना जी मैं तो इन्ना कुछ किया, मैं तो इन्ना कुछ किया, मैं इन्ना कुछ किया, नथिंग, कुछ भी नहीं किया। जे तेरे कोल ईगो हैगी है फिर कुछ भी नहीं हैगा। महाराज कहते जे किते जीवन में आ जाए समझ आगे, कहते जो जान मैं कथनी करता। आ थोड़े वाली गल है, ये मेरे वाली गल आ गई। हुण जिहड़े साडे वर्गे स्टेज ते बैठ के ना कथन करते हैं उन्हां वास्ते है शब्द। कहते जो जाने मैं कथनी करता, मैं तो बड़ा कथन करके दस दिना, मैं तो लोगों को बड़ा समझाउना है। एक कथन करके, बयान करके, एक्सप्लेन करके कथनी करता। जो ये जानता है ना भी मैं कथनी करता, कहते व्यापारी बसुद्धा ज्यों फिरता। आ तुसीं देखे ने ना जिहड़े घरां च आउंदे ने बेचण वाले समान, वो भावें सब्जी बेचण वाले, हुण तां कोई गल ही नहीं भी हैगी, हरेक चीज़ तां रेहड़ी ते लैके आ जांदे, जिहड़ी मर्जी होवे, हरेक वाले जिहड़ा मर्जी समान होवे। बस कुछ इहो जिहा समान आ जिहड़ा वड्डा चक्किया नहीं जांदा, नहीं तो वो भी चक्की फिरन नाल। मंजे वाले वो आ गए, सोफे वाले वो आ गए, हरेक कुर्सियां वो चक्की फिरदे ने, जिहड़ा मर्जी देखो हरेक फिरदा है। वो जिहड़े फिरदे हुंदे ने ना, ध्यान दिओ, वो समान वेचदे ने, उन्हां दा समान नाल कोई लगा नहीं हुंदा, लोकां नूं वेचदे ने बस। ਉਹਦੀ उदाहरण ਦਿੱਤੀ है गुरु बाबा जी ने, कहते जिवें धरती दे उत्ते तैनूं किहड़ी विपता पै गई अज? वाहिगुरू। गुरु बाबा जी कहते व्यापारी वसुधा, वसुधा हुंदी है धरती, व्यापारी हुंदा फिरन वाला, ज्यों फिरता, आ गली च वग गया, आ गली च वग गया, आ गली, समान बेचता रहिंदा है बस। ਉਹਦਾ समान विकदा, लोग खरीदते हैं, लोग समान तो लाहा लेते, उन्होंने कोई मतलब नहीं। एक छोटी जी होर एग्जाम्पल दे देना, गल समझ आ जाएगी। माफ़ी चाहांगा मैं अब की गल कह देवां तो वधिया गल है, किसी होर प्रचारक नूं नहीं कह सकदा मैं। जिहड़ा प्रचारक असीं आ ना, साडी अवस्था इहो जी है जिवें ना झाड़ू देखे जिहड़ा सफाई करदा हुंदा, झाड़ू फेरन वाले, वो सारे महल्ले की सफाई कर दिंदा, झाड़ू फिर के सारे महल्ले की सफाई कर दिंदा। जदों सफाई हो जाती है फिर वो झाड़ू पता कित्थे खड़ा हुंदा, जिथे एक गंदी जी जगह होंदी उत्थे फिर खड़ा देंदे ने, दूजे दिन फिर आके चक लेंदे ने। वो झाड़ू महल्ले की सफाई तो कर दिंदा है, पर आप उत्थे ही खड़ा रहिंदा है जिथे गंदगी है, उत्थे ही पिया रहिंदा। माफ़ी चाहांगा बहुती ये साडी इस अवस्था विच ने
ਕਹਿੰਦੇ ਜਿਹੜਾ ਵਪਾਰੀ ਵਸੁਧਾ ਜੋ ਫਿਰਦਾ ਬਸ ਉਹ ਲੋਕਾਂ ਨੂੰ ਤਾਂ ਦੇ ਦਿੰਦਾ, ਸਾਰਾ ਕੁਝ ਦੱਸੀ ਜਾਂਦਾ, ਆਪ ਉੱਥੇ ਹੀ ਖੜਾ ਰਹਿੰਦਾ ਹੈ। ਤੇ ਫਿਰ ਉਹ ਕਹਿੰਦੇ ਜੋ ਜਾਣੇ ਮੈਂ ਕਥਨੀ ਕਰਤਾ, ਉਹ ਭੁਲੇਖੇ 'ਚ ਰਹਿੰਦਾ ਹੈ ਵੀ ਮੈਂ ਤਾਂ ਕਥਨ ਕਰੀ ਜਾਂਦਾ, ਮੈਂ ਤਾਂ ਬਿਆਨ ਕਰਦਾ, ਮੈਂ ਤਾਂ ਬੜਾ ਦੱਸ ਦਿੱਤਾ। ਆਪ ਜੇ ਨਹੀਂ ਕਮਾਵੇਗਾ ਨਾ, ਫਿਰ ਬਾਣੀ ਕਹਿੰਦੀ ਉਹ ਤਾਂ ਉੱਥੇ ਹੀ ਖੜਾ ਹੈ। ਇੱਕ ਹੋਰ ਬਾਣੀ ਕਬੀਰ ਸਾਹਿਬ ਨੇ ਤਾਂ ਐਨ ਠਣਕਾ ਕੇ ਗੱਲ ਕਹਿ ਦਿੱਤੀ। ਕਬੀਰ ਸਾਹਿਬ ਕਹਿੰਦੇ ਅਵਰ ਕੋ ਉਪਦੇਸ਼ ਤੈ ਮੁਖ ਮੇ ਪਰ ਹੈ ਰੇਤ, ਰਾਸ ਬਗਾਨੀ ਰਾਖਤੇ ਖਾਇਆ ਘਰ ਕਾ ਖੇਤ। ਦੂਜਿਆਂ ਨੂੰ ਉਪਦੇਸ਼ ਕਰਦਾ ਹੈ ਵੀ ਨਾਮ ਜਪੋ ਨਾਮ ਜਪੋ, ਆਪਦੇ ਮੂੰਹ 'ਚ ਰੇਤਾ ਪਿਆ ਹੋਇਆ, ਕਹਿੰਦੇ ਤੂੰ ਵੀ ਤਾਂ ਜਪ। ਲੋਕਾਂ ਦੇ ਘਰ ਰੱਖੀ ਜਾਂਦਾ, ਉਹਨਾਂ ਦਾ ਧਿਆਨ ਰੱਖਦਾ, ਲੋਕਾਂ ਨੂੰ ਕਹਿੰਦਾ ਨਾਮ ਜਪੋ, ਜ਼ਿੰਦਗੀ ਬਚਾ ਲਓ, ਜ਼ਿੰਦਗੀ ਬਚਾ ਲਓ। ਆਪਦੇ ਘਰ ਦਾ ਖੇਤ ਖਾਈ ਜਾਂਦੇ ਨੇ। ਆਪਦੀ ਤਾਂ ਰਾਖ ਬਗਾਨੀ ਤੂੰ ਫਸਲ ਬਚਾਈ ਹੈ ਨਾ, ਆਪਦੀ ਵਾਲੀ ਤੇਰੀ ਉਜੜੀ ਜਾਂਦੀ ਹੈ। ਇਹ ਹੈ ਉਹਨਾਂ ਦੀ ਅਸਲੀਅਤ, ਜਿਹੜੇ ਦੂਜਿਆਂ ਨੂੰ ਉਪਦੇਸ਼ ਤਾਂ ਕਰਦੇ ਨੇ, ਆਪ ਨਹੀਂ ਕਮਾਉਂਦੇ। ਅਵਰ ਉਪਦੇਸ਼ ਹੈ, ਬੋਲੋ ਅਵਰ ਉਪਦੇਸ਼ ਹੈ, ਆਪ ਨਾ ਕਮਾਵੇ। ਆਪ ਕਮਾਉਣਾ ਨਹੀਂ ਹੈ, ਦੂਜੇ ਨੂੰ ਉਪਦੇਸ਼ ਵੀ ਹੈ, ਆਪ ਵੀ ਹੈ। ਆਪ ਜਪੇ ਅਵਰੈ ਨਾਮ ਜਪਾਵੇ, ਆਪ ਜਪੇ ਫਿਰ ਦੂਜੇ ਨੂੰ ਫਿਰ ਜਪਾਵੇ, ਫਿਰ ਰੰਗ ਚੜ੍ਹਦਾ। ਗੁਰੂ ਬਾਬਾ ਜੀ ਕਹਿੰਦੇ ਇਹ ਹਾਲਤ ਉਹਦੀ ਹੈ ਜਿਵੇਂ ਫੇਰੀ ਵਾਲਾ ਆਪਦਾ ਸਮਾਨ ਵੇਚੀ ਜਾਂਦਾ, ਪਰ ਉਹ ਆਪ ਸੱਖਣਾ ਹੀ ਰਹਿ ਜਾਂਦਾ। ਲਾਸਟ ਪੰਕਤੀ 'ਚ ਸਾਧ ਸੰਗ ਜੇ ਹਉਮੈ ਮਾਰੀ, ਆਹ ਸਾਧ ਸੰਗਤ ਵਿੱਚ ਆ ਕੇ ਜਿਸ ਬੰਦੇ ਨੇ ਆਪਣੀ ਹਉਮੈ ਨੂੰ, ਆਪਣੀ ਈਗੋ ਨੂੰ ਮਾਰ ਲਿਆ ਨਾ, ਨਾਨਕ ਤਾਂ ਕੋ ਮਿਲੇ ਮੁਰਾਰੀ, ਉਹਨੂੰ ਉਹ ਮੁਰਾਰ ਵਾਹਿਗੁਰੂ ਪਰਮਾਤਮਾ ਉਹ ਮਿਲ ਜਾਂਦਾ ਹੈ, ਜਿਸ ਬੰਦੇ ਨੇ ਗੁਰੂ ਦੀ ਸੰਗਤ ਵਿੱਚ ਆ ਕੇ ਆਪਣੀ ਈਗੋ ਨੂੰ ਮਾਰ ਲਿਆ। ਤੇ ਸੰਗਤ ਵਿੱਚ ਆ ਕੇ ਈਗੋ ਕਿਵੇਂ ਮਰਦੀ ਹੈ? ਕਿਵੇਂ ਹੈ? ਜਦੋਂ ਇਹ ਬੰਦਾ ਪੜ੍ਹਦਾ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਈਗੋ ਹੀ ਮਰੀ ਹੁੰਦੀ ਆ। ਜਿਹੜੇ ਕਹਿੰਦੇ ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਜੋ ਕਿਛ ਹੈ ਸੋ ਤੇਰਾ, ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ।